मन पीवै सुन शब्द विचारा, मन पीवै सुन शब्द विचारा, झिम झिम बरसै अमृत धारा, मन पीवै सुन शब्द विचारा। वाहिगुरू जी का खालसा, वाहिगुरू जी की फतेह। शुक्र वाहिगुरू जी का। रोजाना श्री गुरु ग्रंथ साहिब जी महाराज जी की पावन गुरबाणी की शब्द विचार लैके जिन्नी कि तुच्छ जी मत गुरु साहब ने बख्शी है तुहाडे नाल सांझी करन वास्ते तुहाडे घर तुहाडे सन्मुख पहुँचदा हाँ। अज आपां दीदार कर रहे हैं श्री गुरु ग्रंथ साहिब जी के पावन अंग 333 के उपर अंकित भगत कबीर जी की उच्चारण की हुई ये बाणी शब्द चल रहे ने। आओ करिए दीदार जी। गौड़ी बैरागण टिप दे, गौड़ी राग है, बैरागन गौड़ी राग की किस्म है। तीन तीन पद्यां दे शब्द है। 47वां शब्द शुरू हो रहा जी भगत कबीर जी का। उल्टत पवन चक्कर खट भेदे, सुरत सुन अनुरागी जोगी। जदों अपने सवास चढ़ाउंदे सन तो शरीर दे विच 6 चक्कर मारते ने। खट हुंदा 6। बड़े यतन करके पूरक रेचक कुंभक उन्हां दियां साधनावां ने फिर उस सवास चढ़ाउंदे सी। पर गुरमत जिहड़ी है ये नवेकली है। समाधि लग जानी, दुनिया तो पासे हट जाना, अपने आप तक सीमित होकर रह जाना, ये गुरमत दी मार्ग नहीं। गुरमत विच दूसरिਆਂ ਲਈ ਜਿਉਣਾ है, आपा वारना है। गुरु साहब ने वार के दिखा दिता। दुख सुख आने ने उन्हें झलना है, दुनिया का सहयोग विरोध आना है उसनूं झलना है, कुर्बानियां करनियां ने। गुरमत का मार्ग अंदरों मन नूं सुरत नूं संभालण दा है। जोगी 6 ਚੱਕਰਾਂ ਵਿੱਚੋਂ ਦੀ ਸਵਾਸ ਚੜਾ ਕੇ ਸਵਾਸ ਨੂੰ ਚੜਾਉਂਦੇ ਸਨ। ਪਰ ਨਫ਼ਰਤ ਉਸੇ ਤਰ੍ਹਾਂ ਹੀ ਸੀ, ਹੰਕਾਰ ਵਿਖਾਵਾ ਉਸੇ ਤਰ੍ਹਾਂ ਹੀ ਸੀ। ਇੱਥੇ ਭਗਤ ਕਬੀਰ ਜੀ ਕਹਿਣ ਲੱਗੇ ਜਿਹੜੀ ਸੁਰਤ ਹੈ ਸਾਡੀ, ਸਾਡਾ ਧਿਆਨ ਹੈ ਜੋ ਜਿਸ ਵਿੱਚੋਂ ਇਹ ਆਨੰਦ ਰਸ ਆਉਂਦਾ ਹੈ। ਅਨੁਰਾਗੀ ਹੁੰਦਾ, ਪ੍ਰੇਮੀ ਆਸ਼ਿਕ ਬਣ ਜਾਵੇ ਜਦੋਂ ਪ੍ਰਭੂ ਦੇ ਮਾਰਗ ਦੀ, ਇਸ ਮਾਰਗ ਤੇ ਤੁਰਨ ਦੇ ਲਈ, ਆਪਾ ਵਾਰਨ ਦੇ ਲਈ ਪ੍ਰੇਮ ਰਸ ਵਿੱਚ ਸੁਰਤ ਭਿੱਜ ਜਾਂਦੀ ਹੈ ਤਾਂ ਇਹ ਦੂਸਰੇ ਪਾਸੇ ਤੋਂ ਉਲਟ ਜਾਂਦੀ ਹੈ। ਇਨਫ ਨਿੰਦਾ ਚੁਗਲੀ ਹੰਕਾਰ ਵਿਖਾਵਾ ਨਫ਼ਰਤ ਚੰਗਾ ਨਹੀਂ ਲੱਗਦਾ। ਉਸ ਚਲਾਕੀਆਂ ਇਹ ਮਾਰਗ ਫਿਰ ਚੰਗਾ ਨਹੀਂ ਲੱਗਦਾ। ਜਦੋਂ ਇਹ ਉਲਟ ਗਈ ਸਮਝ ਲਿਓ ਉਹ ਜੋਗੀ 6 ਚੱਕਰਾਂ ਵਿੱਚੋਂ ਦੀ ਆਪਣੇ ਸਵਾਸ ਪਵਨ ਲੰਘਾਉਂਦੇ ਸਨ ਤੇ ਗੁਰਮਤ ਦੇ ਵਿੱਚ ਇਸ ਸੁਰਤ ਦਾ ਇਸ ਮਾਰਗ ਤੇ ਭਿੱਜਣਾ ਹੀ ਉਹ ਖਟ ਸ਼ਸਤਰਾਂ ਤੋਂ ਖਟ ਚੱਕਰਾਂ ਤੋਂ ਉੱਪਰ ਉੱਠਣਾ ਹੈ। ਯਾਨੀ ਗੁਰਸਿੱਖ ਉਸ ਮਾਰਗ ਵਿੱਚ ਨਹੀਂ ਪੈਂਦੇ ਕਿ ਉਹ ਤਾਂ ਸਵਾਸ ਲਿਜਾਂਦੇ ਸੀ ਖਟ ਚੱਕਰਾਂ ਦੇ ਵਿੱਚ 6 ਚੱਕਰਾਂ ਵਿੱਚੋਂ ਦੀ। ਤੇ ਕਈ ਵਾਰੀ ਜੋਗੀਆਂ ਦੇ ਪ੍ਰਭਾਵਿਤ ਹੋ ਕੇ ਜਾਂ ਜੋਗ ਮਤ ਨੂੰ ਮਿਕਸ ਕਰਕੇ ਅਸੀਂ ਕਈ ਵਾਰੀ ਸੁਰਤ ਨੂੰ 6 ਚੱਕਰਾਂ ਵਿੱਚ ਦੀ ਲੰਘਾਈ ਜਾ ਰਹੇ ਹਾਂ। ਗੁਰਮਤ ਦੇ ਕਨਸੈਪਟ ਨੂੰ ਸਮਝਣਾ, ਗੁਰਮਤ ਦਾ ਕਨਸੈਪਟ ਦੁਨੀਆ ਵਿੱਚ ਜੂਝਣਾ ਹੈ। ਦੁਨੀਆ ਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ, ਸਮਾਜ ਦੀਆਂ ਜ਼ਿੰਮੇਵਾਰੀਆਂ, ਕੌਮ ਦੀਆਂ ਜ਼ਿੰਮੇਵਾਰੀਆਂ, ਆਪਣੇ ਅੰਦਰੋਂ ਮਨ ਨੂੰ, ਜਜ਼ਬਿਆਂ ਨੂੰ, ਭਾਵਨਾਵਾਂ ਨੂੰ ਸੰਭਾਲਣਾ। ਇਹ ਤਦ ਹੋਏਗਾ ਸੁਰਤ ਸੁਨ ਅਨੁਰਾਗੀ, ਜਦੋਂ ਸੁਰਤ ਜਿਹੜੀ ਹੈ ਉਹ ਰੱਬ ਦੇ ਮਾਰਗ ਵਿੱਚ, ਉਹਦੇ ਪਿਆਰ ਵਿੱਚ ਭਿੱਜ ਜਾਂਦੀ ਹੈ। ਤੇ ਇੱਥੇ ਸੁਨ ਅਵਸਥਾ ਕਿਹੜੀ ਹੈ? ਉਹ ਹੈ ਕਿ ਦੂਸਰੇ ਪਾਸੇ ਦੇ ਫੁਰਨੇ ਨਹੀਂ ਉੱਠਦੇ। ਹੰਕਾਰ ਵਿਖਾਵਾ ਕਰਨ ਦਾ ਅੰਦਰ ਕੋਈ ਚਾਓ ਜਜ਼ਬਾ ਹੀ ਨਹੀਂ, ਅੰਦਰ ਕੋਈ ਵਿਚਾਰ ਹੀ ਨਹੀਂ। ਨਿੰਦਾ ਚੁਗਲੀ ਦੇ ਰਸ ਮਾਨਣ ਦਾ ਫੁਰਨਾ ਹੀ ਨਹੀਂ ਉੱਠਦਾ। ਆਵੈ ਨਾ ਜਾਏ ਮਰੈ ਨਾ ਜੀਵੈ, ਆਸ ਖੋਜ ਬੈਰਾਗੀ। ਉਸ ਵਾਹਿਗੁਰੂ ਜੀ ਨੂੰ ਮਿਲਣ ਦੀ ਇੱਕ ਤਾਂਘ ਬਣਦੀ ਹੈ। ਪ੍ਰਭੂ ਜੀ ਸੱਚਾ ਗਿਆਨ ਬਣ ਕੇ ਹਰ ਵਰਤਾਰੇ ਵਿੱਚ ਨੇ। ਹਰ ਵਰਤਾਰੇ ਵਿੱਚੋਂ ਮੈਨੂੰ ਸੱਚੇ ਗਿਆਨ ਦੀਆਂ ਝਲਕਾਂ ਮਿਲਣ। ਹਰ ਵਰਤਾਰੇ ਵਿੱਚ ਰੱਬ ਦਾ ਨਿਜ਼ਮ ਚੱਲ ਰਿਹਾ। ਹਰ ਵਰਤਾਰੇ ਵਿੱਚੋਂ ਮੈਨੂੰ ਉਹਦਾ ਨਿਜ਼ਮ ਸਮਝ ਆ ਜਾਵੇ। ਹਰ ਇੱਕ ਵਿੱਚ ਗੁਣ ਨੇ ਤੇ ਮੈਨੂੰ ਗੁਣ ਸਮਝ ਆ ਜਾਣ। ਉਹ ਜਿਹੜੀ ਮਿਲਣ ਦੀ ਤਾਂਘ ਹੈ ਨਾ, ਉਹ ਜਿਹੜੀ ਅੰਦਰ ਬਿਰਹੋਂ ਦੀ ਪੀੜਾ ਹੈ, ਬੈਰਾਗ, ਉਸ ਪ੍ਰਭੂ ਦੀ ਖੋਜ ਅੰਦਰ ਪੈਦਾ ਹੁੰਦੀ ਹੈ ਜੋ ਨਾ ਮਰਦਾ ਹੈ, ਨਾ ਜਨਮ ਲੈਂਦਾ ਹੈ,
ਨਾ ਆਵਣਾ ਜਾਵਣਾ ਉਹਦੇ ਵਿੱਚ। ਉਹ ਜੋਤ ਸਦਾ ਹੈ, ਸਦੀਵੀ ਹੈ। ਉਹ ਨਿਜ਼ਮ ਬਣ ਕੇ ਵੀ ਸਦੀਵੀ ਹੈ, ਰੱਬੀ ਉਪਦੇਸ਼ ਬਣ ਕੇ ਸਦੀਵੀ ਹੈ, ਰੱਬੀ ਗੁਣ ਬਣ ਕੇ ਸਦੀਵੀ ਹੈ। ਇਹਨਾਂ ਗੁਣਾਂ ਨੂੰ, ਰੱਬੀ ਉਪਦੇਸ਼ ਨੂੰ ਜ਼ਿੰਦਗੀ ਵਿੱਚ ਜਿਉਣਾ, ਮਿਲਾਪ ਬਣਿਆ ਰਹਿਣਾ, ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਪੈ ਪਾਵਨੀ ਵਿੱਚ ਜੀਵਨ ਜਿਉਣਾ, ਇਹ ਸੁਰਤ ਉਸ ਦੀ ਪ੍ਰੇਮੀ ਆਸ਼ਕ ਅਨੁਰਾਗੀ ਬਣ ਜਾਂਦੀ ਹੈ। ਮੇਰੇ ਮਨ ਹੀ ਉਲਟ ਸਮਾਨਾ, ਐ ਮਨਾ, ਮਨ ਦੇ ਅੰਦਰੋਂ ਹੀ ਉਹ ਦੂਸਰੇ ਪਾਸੇ ਤੋਂ ਇਸ ਸੁਰਤ ਦੀ ਵਿਚਾਰਧਾਰਾ ਪਲਟ ਕੇ ਜਦੋਂ ਇਸ ਮਾਰਗ ਵਿੱਚ ਸਮਾ ਜਾਂਦੀ ਹੈ, ਫਿਰ ਇਹ ਮਾਰਗ ਬਹੁਤ ਚੰਗਾ ਲੱਗਦਾ ਹੈ। ਗੁਰ ਪ੍ਰਸਾਦ ਅਕਲ ਭਈ ਅਵਰੈ, ਨਾ ਤੁਰ ਥਾ ਬੇਗਾਨਾ ਰਹਾਓ। ਗੁਰੂ ਦੇ ਉਪਦੇਸ਼, ਰੱਬੀ ਉਪਦੇਸ਼ ਗੁਰ ਸਰੂਪ ਹੈ। ਜਦੋਂ ਮੰਨਣੇ ਸ਼ੁਰੂ ਕੀਤੇ, ਉਹਨੇ ਸੁਭਾਅ ਬਦਲਿਆ, ਸੋਚ ਬਦਲੀ, ਅੰਦਰੋਂ ਵਿਚਾਰਧਾਰਾ ਬਦਲ ਗਈ। ਗੁਰ ਪ੍ਰਸਾਦ, ਗੁਰ ਸਰੂਪ ਦੀ ਕਿਰਪਾ ਹੋ ਗਈ। ਇਹ ਜਿਹੜਾ ਮਨ ਪਹਿਲਾਂ ਇਸ ਮਾਰਗ ਤੋਂ ਬੇਗਾਨਾ ਸੀ, ਦੂਸਰੇ ਪਾਸੇ ਜੁੜਿਆ ਸੀ, ਉਧਰੋਂ ਬੇਗਾਨਾ ਹੋ ਕੇ ਇਸ ਮਾਰਗ ਤੇ ਤੁਰ ਪਿਆ। ਇਹ ਰਹਾਉ ਪਦਾ ਹੈ। ਨਿਵਰੈ ਦੂਰ ਦੂਰ ਫੁਨ ਨਿਵਰੈ, ਜਿਨ ਜੈਸਾ ਕਰ ਮਾਨਿਆ। ਪਹਿਲਾਂ ਇਹ ਵਿਕਾਰਾਂ ਦੇ ਨੇੜੇ ਸੀ। ਇਹ ਨਿੰਦਾ ਚੁਗਲੀ ਦੇ ਰਸ ਬੜੇ ਚੰਗੇ ਲੱਗਦੇ ਸੀ। ਨਫ਼ਰਤ, ਹੰਕਾਰ, ਵਿਖਾਵਾ ਬੜਾ ਚੰਗਾ ਲੱਗਦਾ ਸੀ। ਇਹ ਕ੍ਰੋਧ, ਲਾਲਚ ਵਿੱਚ ਫਸ ਕੇ ਆਪਣੇ ਕੰਮ ਕਰਦਾ, ਚੁਸਤ ਚਲਾਕੀਆਂ ਦੇ ਨਾਲ ਬੜਾ ਚੰਗਾ ਲੱਗਦਾ ਸੀ। ਉਹਦੇ ਨੇੜੇ ਸੀ। ਤੇ ਸਹਿਜ, ਸੰਤੋਖ, ਸਬਰ, ਸ਼ੁਕਰਾਨਾ, ਨਿਮਰਤਾ ਇਸ ਰਸ ਤੋਂ ਦੂਰ ਸੀ। ਤੇ ਜਦੋਂ ਪਲਟ ਗਿਆ, ਜਿਹਦੇ ਤੋਂ ਦੂਰ ਸੀ ਉਹਦੇ ਨੇੜੇ ਹੋ ਗਿਆ, ਜਿਹਦੇ ਨੇੜੇ ਸੀ ਉਹ ਤੋਂ ਦੂਰ ਹੋ ਗਿਆ। ਫਿਰ ਉਸ ਨੂੰ ਸਮਝ ਲਿਆ, ਕਿਉਂਕਿ ਮਨ ਜਿਸ ਨੂੰ ਮੰਨਦਾ ਹੈ, ਜਿਸ ਵਿੱਚ ਭਿੱਜਦਾ ਹੈ, ਉਸੇ ਨੂੰ ਜਾਣਦਾ ਹੈ। ਪਹਿਲਾਂ ਉਸ ਵਿੱਚ ਭਿੱਜਦਾ ਸੀ, ਉਹਨਾਂ ਰਸਾਂ ਵਿੱਚ, ਉਹਨੂੰ ਜਾਣਦਾ ਸੀ। ਹੁਣ ਇੱਧਰ ਮੰਨ ਗਿਆ, ਇੱਧਰ ਤੁਰ ਪਿਆ। ਅਲੌਤੀ ਕਾ ਜੈਸੇ ਭਇਆ ਬਰੇਡਾ, ਜਿਨ ਪੀਆ ਤਿਨ ਜਾਣਿਆ। ਅਲੌਤੀ, ਅਲੌਤੀ ਹੁੰਦੀ ਹੈ ਮਿਸ਼ਰੀ। ਬਰੇਡਾ, ਬਰੇਡਾ ਹੁੰਦਾ ਸ਼ਰਬਤ। ਕਹਿੰਦੇ ਮਿਸ਼ਰੀ ਦਾ ਬਣਾਇਆ ਹੋਇਆ ਸ਼ਰਬਤ ਜਿਨ੍ਹਾਂ ਨੇ ਪੀਤਾ, ਆਪਾਂ ਸ਼ੇਕ ਕਹਿ ਦਿੰਦੇ ਹਾਂ, ਪਾਣੀ ਦੇ ਵਿੱਚ ਮਿਸ਼ਰੀ ਪਾ ਲਈ, ਘੋਲ ਲਈ, ਇਹਨੂੰ ਮਿਸ਼ਰੀ ਦਾ ਸ਼ੇਕ ਕਹਿ ਲਓ, ਸ਼ਰਬਤ। ਜਿਨ੍ਹਾਂ ਨੇ ਪੀਤਾ ਉਹ ਜਾਣਦੇ ਨੇ ਕਿੰਨਾ ਮਿੱਠਾ ਹੁੰਦਾ ਹੈ। ਇਸੇ ਤਰ੍ਹਾਂ ਤੇਰੀ ਨਿਰਗੁਣ ਕਥਾ ਕਾਏ ਸਿਉ ਕਹੀ ਹੈ, ਐਸਾ ਕੋਈ ਬਵੇਕੀ। ਇਹ ਵਾਹਿਗੁਰੂ ਜੀ, ਤੇਰੀ ਨਿਰਗੁਣ ਜੋ ਕਥਾ ਹੈ, ਤੇਰੀ ਜੋ ਵਿਚਾਰਧਾਰਾ ਹੈ, ਕਿਹਦੇ ਕੋਲੇ ਕੰਮ ਆ? ਜਿਹੜਾ ਖੁਦ ਨਿੰਦਾ ਦੇ ਰਸ ਵਿੱਚ, ਹੰਕਾਰ ਵਿਖਾਵੇ ਦੇ ਰਸ ਵਿੱਚ, ਨਫ਼ਰਤ ਧੜੇਬੰਦੀਆਂ ਦੇ ਰਸ ਵਿੱਚ ਭਿੱਜਿਆ ਹੋਇਆ, ਉਹਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਕੋਈ ਵਿਚਾਰਵਾਨ ਹੋਵੇ, ਵਿਵੇਕੀ ਹੋਵੇ, ਉਹਦੇ ਕੋਲੇ ਹੀ ਵਿਚਾਰਾਂ ਕਰਨੀਆਂ ਜੱਚਦੀਆਂ ਨੇ। ਜਿਹੜਾ ਇਹਨਾਂ ਵਿਚਾਰਾਂ ਦਾ ਆਸ਼ਿਕ ਹੁੰਦਾ ਹੈ, ਜਿਹੜਾ ਇਹਨਾਂ ਵਿਚਾਰਾਂ ਨੂੰ ਚਾਹੁੰਦਾ ਹੈ। ਸ਼ਾਇਦ ਇਸੇ ਲਈ ਗੁਰੂ ਪਾਤਸ਼ਾਹ ਨੇ ਗੱਲ ਇਹ ਵੀ ਕਹੀ ਹੈ ਕਿ ਬਿਨ ਗਾਹਕ ਗੁਣ ਵੇਚੀ ਹੈ, ਤੋ ਗੁਣ ਸਹਿਗੋ ਜਾਏ। ਸਾਹਮਣੇ ਵਾਲਾ ਸੁਣਨਾ ਨਹੀਂ ਚਾਹੁੰਦਾ, ਅਸੀਂ ਸੁਣਾਉਣੇ ਹੈ, ਗੱਲ ਹੀ ਨਹੀਂ ਬਣੇਗੀ। ਜਿਹਦੇ ਅੰਦਰ ਚਾਹਤ ਹੈ, ਵਿਚਾਰਵਾਨ ਹੈ, ਉਹਦੇ ਕੋਲੇ ਇਹ ਵਿਚਾਰਾਂ ਗੁਰੂ ਕੀਆਂ, ਫਿਰ ਬੜਾ ਆਨੰਦ ਬਣਦਾ ਹੈ। ਕਹੋ ਕਬੀਰ ਜਿਨ ਦੀਆ ਪਲੀਤਾ, ਤਿਨ ਜੈਸੀ ਝੱਲ ਦੇਖੀ ਪਲੀਤਾ। ਕਿਸੇ ਦੀਵੇ ਨੂੰ ਜਗਾਉਣ ਵਾਸਤੇ ਕੋਈ ਚੀਜ਼ ਜਗਾ ਕੇ ਉਹਦੀ ਬੱਤੀ ਨਾਲ ਲਾਈ ਜਾਂਦੀ ਹੈ, ਉਹ ਜਿਹੜੀ ਅੱਗ ਲਾਈ ਜਾਂਦੀ ਉਹਨੂੰ ਪਲੀਤਾ ਕਹਿੰਦੇ ਨੇ, ਉਹ ਵੀ ਜਗ ਪੈਂਦਾ। ਇਸੇ ਤਰ੍ਹਾਂ ਤੋਪ ਦੇ ਬਰੂਦ ਨੂੰ ਅੱਗ ਦੇਣ ਵਾਸਤੇ ਇੱਕ ਅੱਗ ਦੀ ਮਿਸਾਲ ਜਗਾ ਕੇ ਉਹ ਜਦੋਂ ਲਾਈ ਜਾਂਦੀ ਉਹਨੂੰ ਪਲੀਤਾ ਕਹਿੰਦੇ ਨੇ। ਇੱਥੇ ਪ੍ਰੇਮ ਦਾ ਪਲੀਤਾ, ਜਿਹਦੇ ਅੰਦਰ ਪ੍ਰੇਮ ਦੀ ਚਿਣਗ ਜਾਗ ਪਈ, ਉਸੇ ਨੇ ਆਪਣੇ ਅੰਦਰੋਂ ਗਿਆਨ ਅਨੁਭਵਤਾ ਦੀ ਸੋਝੀ ਦੀ ਝਲਕ ਦੇਖ ਲਈ, ਫਿਰ ਅੰਦਰ ਅਨੁਭਵਤਾ ਗਿਆਨ ਜਾਗਦਾ ਹੈ। ਗੌੜੀ ਅੱਗੇ 48ਵਾਂ ਸ਼ਬਦ ਭਗਤ ਕਬੀਰ ਜੀ ਦਾ। ਤਹਾਂ ਪਾਵਸ ਸਿੰਧ ਧੂਪ ਨਹੀਂ ਛਹੀਆ, ਤਹ ਉਤਪਤ ਪਰਲੋ ਨਾਹੀ। ਇਹ ਪਾਵਸ, ਸਿੰਧ, ਧੂਪ, ਛਹੀਆ, ਉਤਪਤ, ਪਰਲੋ, ਇਹ ਸਿੰਬੋਲਿਕ ਸ਼ਬਦ ਨੇ। ਜੋਗੀ ਮੰਨਦੇ ਸੀ ਪਾਵਸ ਹੁੰਦਾ ਹਵਾ, ਵਾਹਿਗੁਰੂ, ਬਾਰਿਸ਼, ਬਰਖਾ, ਬਾਰਿਸ਼ ਪੈਂਦੀ, ਮੀਂਹ ਪੈਂਦਾ, ਰੇਨਿੰਗ ਹੁੰਦੀ। ਤੇ ਉਹ ਕਹਿੰਦੇ ਸੀ ਕਿ ਜੋ ਇੰਦਰ ਦੇਵਤਾ ਹੈ ਉਹ ਇਸ ਵਿੱਚ ਵਸਦਾ ਹੈ, ਤੇ ਉਹ ਇੰਦਰਪੁਰੀ ਕਹਿੰਦੇ ਸੀ। ਇੰਦਰਪੁਰੀ ਨੂੰ ਇੱਥੇ ਪਾਵਸ ਕਿਹਾ। ਸਿੰਧ ਜੋ ਹੈ ਉਹ ਵਿਸ਼ਨੂੰ ਦੀ ਪੁਰੀ ਨੂੰ ਕਿਹਾ, ਸਮੁੰਦਰ। ਧੂਪ ਜਿਹੜਾ ਹੈ ਉਹ
ਸੂਰਜ ਲੋਕ ਇਸ ਨੂੰ ਕਹਿੰਦੇ ਨੇ, ਸ਼ਹੀਆ ਚੰਦਰ ਲੋਕ, ਉਤਪਤ ਬ੍ਰਹਮਾ ਦੀ ਪੁਰੀ, ਪਰਲੋ ਸ਼ਿਵ ਜੀ ਦੀ ਪੁਰੀ। ਕਹਿਣ ਲੱਗੇ ਇਹ ਜਿਹੜਾ ਗੁਰਮਤ ਦਾ ਮਾਰਗ ਹੈ ਨਾ, ਜ਼ਿੰਦਗੀ ਜਿਉਣ ਦਾ, ਇੱਥੇ ਇਹ ਪੁਰੀਆਂ ਨਹੀਂ, ਨਾ ਬ੍ਰਹਮਾਪੁਰੀ, ਨਾ ਵਿਸ਼ਨੂਪੁਰੀ, ਨਾ ਸ਼ਿਵ ਜੀ ਦੀ ਪੁਰੀ, ਨਾ ਇਹ ਸੂਰਜ ਲੋਕ, ਨਾ ਚੰਦਰ ਲੋਕ। ਤਹ ਪਾਵਸ ਸਿੰਧ ਧੂਪ ਨਹੀਂ ਸ਼ਹੀਆ, ਤਹ ਉਤਪਤ ਪਰਲੋ ਨਾ ਜੀਵਤ ਮਿਰਤ, ਨਾ ਦੁੱਖ ਸੁਖ ਵਿਆਪੈ, ਸੁਨ ਸਮਾਦ ਦਊ ਤਾਂ ਨਹੀਂ। ਇੱਥੇ ਨਾ ਤਾਂ ਅੰਦਰ ਔਗਣਾ ਦਾ ਜਨਮ ਹੁੰਦਾ ਹੈ, ਨਾ ਗੁਣ ਮਰਦੇ ਨੇ, ਨਾ ਇੱਥੇ ਦੁੱਖਾਂ ਦੀ ਘਬਰਾਹਟ ਪੈਦਾ ਹੁੰਦੀ ਹੈ, ਨਾ ਸੁੱਖਾਂ ਦੇ ਵਿੱਚ ਮਨ ਉਛਲਦਾ ਹੈ। ਇਹ ਤਾਂ ਸਹਿਜ ਦੀ ਸਮਾਧੀ ਹੈ, ਇਹ ਤਾਂ ਸਹਿਜ ਵਿੱਚ ਜਿਉਣ ਦਾ ਮਾਰਗ ਹੈ। ਉਹ ਤਾਂ ਜਿਉਇਆ ਜਾਂਦਾ ਜੇ ਸੁੰਨ ਸਮਾਧ ਹੋਏਗੀ। ਸੁੰਨ ਸਮਾਧ ਜੇ ਉਸ ਤਰ੍ਹਾਂ ਦੇ ਫੁਰਨੇ ਹੀ ਨਹੀਂ ਉੱਠਣਗੇ, ਜਿਹਦੇ ਅੰਦਰ ਚਾਹਤ ਹੀ ਨਹੀਂ ਹੈ ਨਿੰਦਾ ਚੁਗਲੀ ਦੇ ਰਸ ਮਾਨਣ ਦੀ, ਜਿਹਦੇ ਅੰਦਰ ਫੁਰਨਾ ਹੀ ਨਹੀਂ ਹੈ ਹੰਕਾਰ ਵਿਖਾਵੇ ਦਾ, ਜਿਹਦੇ ਅੰਦਰ ਵਿਚਾਰ ਹੀ ਨਹੀਂ ਹੈ ਲੋਭ ਲਾਲਚ ਦਾ, ਉਹ ਸੁੰਨ ਸਮਾਧੀ ਹੈ, ਉਹਨਾਂ ਵਿਚਾਰਾਂ ਤੋਂ ਬਚੇ ਹੋਏ। ਇਹ ਸਹਿਜ ਵਿੱਚ ਜਿਉਣ ਵਾਲਾ ਜੀਵਨ ਹੈ। ਸਹਿਜ ਕੀ ਅਕਥ ਕਥਾ ਹੈ ਨਰਾਰੀ। ਸਹਿਜ ਵਿੱਚ ਜੀਵਨ ਜਿਉਣ ਦੀ ਜਿਹੜੀ ਵਿਚਾਰ ਹੈ ਨਾ, ਕਥਾ ਹੈ, ਡਿਸਕਸ਼ਨ ਹੈ, ਇਹ ਬੜੀ ਨਿਰਾਲੀ ਹੈ। ਲੋਭੀਆਂ ਨੂੰ ਨਹੀਂ ਚੰਗੀ ਲੱਗਦੀ, ਨਿੰਦਕਾਂ ਨੂੰ ਨਹੀਂ ਚੰਗੀ ਲੱਗਦੀ, ਨਫ਼ਰਤ ਵਿੱਚ ਧੜੇਬੰਦੀਆਂ ਵਿੱਚ ਜਿਉਣ ਵਾਲਿਆਂ ਨੂੰ ਬਿਲਕੁਲ ਨਹੀਂ ਚੰਗੀ ਲੱਗਦੀ। ਤੁਲ ਨਹੀਂ ਚੜ੍ਹੈ ਜਾਏ ਨਾ ਮੁਕਾਤੀ, ਹਲਕੀ ਲੱਗੈ ਨਾ ਭਾਰੀ ਰਹਾਉ। ਇਹ ਜਿਹੜੀ ਇਸ ਮਾਰਗ ਦੀ ਵਿਚਾਰਧਾਰਾ ਨਾ, ਨਾ ਤਾਂ ਤੱਕੜੀ ਤੇ ਤੋਲੀ ਜਾ ਸਕਦੀ ਹੈ। ਤੁਲ ਨਹੀਂ ਚੜ੍ਹੈ, ਤੁਲ ਹੁੰਦਾ ਤੱਕੜੀ, ਜਾਏ ਨਾ ਮੁਕਾਤੀ, ਨਾ ਇਹ ਮੁੱਕਦੀ ਹੈ, ਹਲਕੀ ਲੱਗਿਆ ਨਾ ਭਾਰੀ, ਨਾ ਇਹਨੂੰ ਕਹਿ ਸਕਦਾ ਕੋਈ ਬੜੀ ਭਾਰੀ ਸੀ, ਇਹ ਬੜੀ ਵਿਚਾਰਧਾਰਾ ਬੜੀ ਹਲਕੀ ਸੀ। ਇਹ ਤੇ ਕਮਾਲ ਹੈ, ਇਹ ਰਹਾਉ ਪਦਾ ਹੈ। ਅਰਧ ਉਰਧ ਦੋਹੂੰ ਤੈ ਨਾਹੀ, ਰਾਤ ਦਿਨ ਤੈ ਨਾਹੀ। ਅਰਧ ਉਰਧ ਊਚ ਨੀਚ, ਦਿਨ ਰਾਤ। ਲੋਕ ਊਚ ਨੀਚ ਵਿੱਚ ਜਿਉਂਦੇ ਨੇ, ਆਪਣੇ ਆਪ ਨੂੰ ਵੱਡਾ, ਦੂਸਰਿਆਂ ਨੂੰ ਨੀਵਾਂ, ਆਪਣੇ ਧੜੇ ਨੂੰ, ਆਪਣੀ ਸੰਸਥਾ ਨੂੰ ਵੱਡਾ, ਦੂਸਰਿਆਂ ਨੂੰ ਨੀਵਾਂ। ਅਰਧ ਉਰਧ ਇਹਦੇ ਵਿੱਚ ਜਿਉਂ ਰਹੇ ਨੇ। ਦਿਨ ਜਿਹੜਾ ਹੈ ਨਿੰਦਾ ਚੁਗਲੀ ਵਿਖਾਵੇ ਨਫ਼ਰਤ ਧੜੇਬੰਦੀਆਂ ਵਿੱਚ ਗਵਾਉਂਦੇ ਨੇ, ਰਾਤ ਸੌਂ ਕੇ ਗਵਾਉਂਦੇ। ਪਰ ਜਿਹੜਾ ਸਹਿਜ ਵਿੱਚ ਜਿਉਣਾ ਸਿੱਖ ਗਿਆ, ਉਹਦੀ ਜ਼ਿੰਦਗੀ 'ਚ ਇਹ ਚੀਜ਼ਾਂ ਨਹੀਂ। ਜਲ ਨਹੀਂ ਪਵਨ ਪਾਵਕ ਫੁਨ ਨਾਹੀ, ਸਤਿਗੁਰ ਤਹਾਂ ਸਮਾਹੀ। ਜਲ ਸਮੁੰਦਰ, ਅੰਦਰ ਵਿਚਾਰਾਂ ਦਾ ਸਮੁੰਦਰ, ਉਹਦੇ ਵਿੱਚ ਪਾਵਕ ਅੱਗ, ਵਿਕਾਰਾਂ ਦੀ ਅੱਗ, ਤੇ ਪਵਨ ਚੰਚਲਤਾਈ। ਅੰਦਰ ਵਿਚਾਰਾਂ ਦੇ ਸਮੁੰਦਰ ਵਿੱਚ ਚੰਚਲਤਾਈ ਨਹੀਂ। ਚੰਚਲ ਮਨੁੱਖ ਨਿੰਦਾ ਦਾ ਰਸ ਮਾਣ, ਚੰਚਲ ਮਨੁੱਖ ਉਸ ਚਲਾਕੀ ਵਿੱਚ ਆਪਣੇ ਕੰਮ ਕੱਢਣੇ ਚਾਹੁੰਦਾ, ਉਹਦੇ ਅੰਦਰ ਸਵਾਰਥ ਲੋਭ ਹੁੰਦਾ ਹੈ, ਉਹਦੇ ਵਿੱਚੋਂ ਵਿਕਾਰਾਂ ਦੀ ਅੱਗ ਪੈਦਾ ਹੁੰਦੀ ਹੈ। ਇਸ ਮਾਰਗ ਤੇ ਤੁਰਨ ਵਾਲਾ ਇਹਦੇ ਤੋਂ ਬਚਿਆ ਹੁੰਦਾ। ਸਤਿਗੁਰ ਤਹਾਂ ਸਮਾਈ, ਉਹਦੇ ਲਈ ਤਾਂ ਜੋ ਸੱਚਾ ਗਿਆਨ ਹੈ ਰੱਬ ਦਾ ਰੂਪ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਬਾਣੀ ਦੇ ਅੰਦਰ ਗੁਰੂ ਸਾਹਿਬ ਕਹਿ ਕੀ ਰਹੇ ਨੇ, ਉਹ ਜਿਹੜੀ ਆਵਾਜ਼ ਹੈ ਨਾ, ਉਸ ਵਿੱਚ ਸਮਾਇਆ ਹੁੰਦਾ ਹੈ, ਉਹ ਸੱਚੇ ਗਿਆਨ ਵਿੱਚ ਸਮਾਇਆ ਹੁੰਦਾ ਹੈ। ਸਤਿਗੁਰ ਸਰੂਪ ਦੇ ਨਾਲ ਇਕਮਿਕ ਹੋ ਕੇ ਰਹਿੰਦਾ ਉਹ ਮਨ, ਜਿਹੜਾ ਸਹਿਜ ਵਿੱਚ ਜਿਉਣਾ ਸਿੱਖਿਆ। ਜਦੋਂ ਆਪਾਂ ਕਹਿੰਦੇ ਨੇ ਸਹਿਜ ਦਾ ਮਾਰਗ ਹੈ, ਸਹਿਜ ਵਾਲਾ ਜੀਵਨ ਹਰ ਵੇਲੇ ਜਿਉਣਾ। ਗੌੜੀ ਅੱਗੇ 49ਵਾਂ ਸ਼ਬਦ ਹੈ ਗੌੜੀ ਰਾਗ ਦਾ। ਪਾਪ ਪੁੰਨ ਦੋਏ ਬੈਲ ਵਿਸਾਹੇ, ਪਵਨ ਪੂੰਜੀ ਪਰਗਾਸਿਓ। ਜਦੋਂ ਰੱਬ ਨੇ ਸਾਨੂੰ ਜਨਮ ਦਿੱਤਾ, ਉਹਨੇ ਸਵਾਸਾਂ ਦੀ ਪੂੰਜੀ ਦੇ ਕੇ ਪ੍ਰਗਾਸਿਓ, ਪ੍ਰਗਟ ਹੋਇਆ, ਯਾਨੀ ਜਨਮ ਮਿਲਿਆ। ਇੱਥੇ ਆ ਕੇ ਨੇ ਦੋ ਬਲਦ ਖਰੀਦ ਲਏ, ਬੁੱਲ ਬਲਦ, ਪਾਪ ਤੇ ਪੁੰਨ, ਚੰਗੇ ਕਰਮ ਤੇ ਬੁਰੇ ਕਰਮ। ਤ੍ਰਿਸ਼ਨਾ ਗੂਣ ਭਰੀ ਘਟ ਭੀਤਰ, ਇਨ ਬਿਦ ਟਾਂਡ ਵਿਸਾਹਿਓ। ਗੂਣ ਹੁੰਦਾ ਬੈਗ, ਜਿਹਦੇ ਵਿੱਚ ਕੋਈ ਸੌਦਾ ਖਰੀਦਿਆ ਜਾਂਦਾ, ਉਹਦੇ 'ਚ ਪਾਇਆ ਜਾਂਦਾ, ਇਹਨੂੰ ਛੱਟ ਵੀ ਕਹਿੰਦੇ ਨੇ। ਇਹਨੇ ਤ੍ਰਿਸ਼ਨਾ ਦਾ ਸੌਦਾ ਖਰੀਦ ਲਿਆ। ਤ੍ਰਿਸ਼ਨਾ ਦੀ ਛੱਟ ਦੇ ਵਿੱਚ ਇਹ ਚੰਗੇ ਮੰਦੇ ਕਰਮਾਂ ਦੀ ਇਹ ਜਿਹੜੀ ਹੈ ਸੰਸਕਾਰ ਆਪਣੇ ਅੰਦਰ ਭਰੀ ਜਾ ਰਿਹਾ। ਹਿਰਦੇ ਵਿੱਚ ਜਿੰਨੇ ਵੀ ਮਨ ਦੇ ਅੰਦਰ, ਮਤ ਦੇ ਅੰਦਰ ਚੰਗੇ ਵਿਚਾਰ ਹੁੰਦੇ ਨੇ, ਉਹ ਵੀ ਸੰਸਕਾਰ ਹੁੰਦਾ ਹੈ। ਜਿਹੜੇ ਬੁਰੇ ਸੰਸਕਾਰ ਹੁੰਦੇ ਨੇ, ਉਹ ਵੀ ਅੰਦਰ ਭਰਿਆ ਜਾਂਦਾ। ਅੰਦਰ ਸੰਸਕਾਰ ਭਰੇ ਜਾਂਦੇ, ਜਿੰਨੇ ਵੀ ਵਿਚਾਰ ਹੁੰਦੇ ਨੇ, ਬੁਰੇ ਵਿਚਾਰ ਜਾਂ ਚੰਗੇ ਵਿਚਾਰ, ਚੰਗੀਆਂ ਸੋਚਾਂ, ਇਹਦੇ 'ਚੋਂ ਕਰਮ ਨਿਕਲਦੇ ਨੇ। ਹਿਰਦੇ 'ਚ ਭਰ ਲਿਆ,
ਤੇ ਇਹਦਾ ਜਿਹੜਾ ਟਾਂਡ ਟਾਂਡ ਹੁੰਦਾ ਹੈ, ਉਹ ਸੌਦਾ ਜਿਹੜਾ ਬਲਦ ਦੇ ਉੱਪਰ ਲੱਦਿਆ ਜਾਂਦਾ ਹੈ, ਇਹਨੇ ਬਹੁਤ ਸਾਰਾ ਇਸ ਤਰ੍ਹਾਂ ਦਾ ਸੰਸਕਾਰਾਂ ਦਾ ਸੌਦਾ ਲੱਦ ਲਿਆ। ਉਹਦੇ 'ਚ ਤ੍ਰਿਸ਼ਨਾ ਹੈ, ਸਵਾਰਥ ਹੈ। ਬੱਚਾ ਮਾਪਿਆਂ ਨਾਲ ਕਿਉਂ ਰੁੱਸਦਾ ਹੈ? ਕਿਉਂਕਿ ਉਹਨੂੰ ਸਵਾਰਥ ਹੈ, ਉਹ ਕੁਛ ਚਾਹੁੰਦਾ ਹੈ, ਉਹਨੂੰ ਚੰਗਾ ਨਹੀਂ ਲੱਗਦਾ। ਉਹ ਟੀਵੀ ਦਾ ਰਸ ਚਾਹੁੰਦਾ ਹੈ, ਉਹਦੇ ਅੰਦਰ ਟੀਵੀ ਦਾ ਰਸ ਮਾਣਨ ਦਾ ਸਵਾਰਥ, ਲਾਲਚ ਹੈ। ਮਾਪੇ ਹਟਾਉਣਾ ਚਾਹੁੰਦੇ ਨੇ, ਉਹਨੂੰ ਚੰਗਾ ਨਹੀਂ ਲੱਗਦਾ। ਉਹਨੂੰ ਸ਼ਰਾਰਤਾਂ ਦਾ ਰਸ ਹੈ। ਇਸੇ ਤਰ੍ਹਾਂ ਗੁਰੂ ਪਾਤਸ਼ਾਹ ਨਿੰਦਾ ਦੇ ਰਸ ਤੋਂ ਹਟਾਉਂਦੇ ਨੇ, ਨਫ਼ਰਤ ਦੇ ਰਸ ਤੋਂ, ਹੰਕਾਰ ਵਿਖਾਵੇ ਤੋਂ। ਇਹਨੂੰ ਚੰਗਾ ਨਹੀਂ ਲੱਗਦਾ, ਇਹਨੇ ਸੌਦਾ ਲੱਦਿਆ ਹੋਇਆ ਆਪਣੇ ਅੰਦਰ। ਐਸਾ ਨਾਇਕ ਰਾਮ ਹਮਾਰਾ, ਭਗਤ ਕਬੀਰ ਜੀ ਕਹਿੰਦੇ ਮੈਨੂੰ ਤੇ ਇੱਕ ਨਾਇਕ ਆਗੂ ਮਿਲ ਗਿਆ, ਉਹ ਰਾਮ ਪ੍ਰਭੂ। ਉਹਨੇ ਮੈਨੂੰ ਅਗਵਾਈ ਕੀਤੀ, ਉਹ ਮੇਰਾ ਮਾਲਕ ਹੈ। ਸਗਲ ਸੰਸਾਰ ਕੀਓ ਬੰਜ਼ਾਰਾ ਰਹਾਓ, ਇਹ ਤਤਸਾਰ ਹੈ। ਕਹਿੰਦੇ ਬਾਕੀ ਸਾਰਾ ਸੰਸਾਰ ਇਹ ਬਣਜ਼ ਕਰ ਰਿਹਾ, ਕੋਈ ਨਿੰਦਾ ਚੁਗਲੀ ਦੇ ਰਸ ਅੰਦਰ ਭਰੀ ਤੁਰਿਆ ਜਾ ਰਿਹਾ, ਕੋਈ ਧੜੇਬੰਦੀਆਂ ਦੇ ਨਫ਼ਰਤ ਦੇ ਰਸ ਭਰੀ ਜਾ ਰਿਹਾ, ਕੋਈ ਹੰਕਾਰ ਵਿਖਾਵੇ ਦੇ ਰਸ ਭਰੀ ਜਾ ਰਿਹਾ, ਕੋਈ ਲੋਭ ਲਾਲਚ ਦੇ ਰਸ ਭਰੀ ਜਾ ਰਿਹਾ। ਇਸ ਤਰ੍ਹਾਂ ਦਾ ਬੰਜ਼ਾਰਾ ਬਣਿਆ ਹੋਇਆ ਹੈ। ਇਹ ਬੰਜ਼ਾਰਾ ਬਣ ਕੇ ਕਾਮ ਕ੍ਰੋਧ ਦੋਇ ਭਏ ਜਾਗਾਤੀ, ਮਨ ਤਰੰਗ ਬਟਵਾਰਾ। ਉਹ ਜਿੰਨਾ ਕੁ ਧਾਰਮਿਕ ਦੇ ਕਰਮ ਕਰਦੇ ਨੇ, ਸੇਵਾ ਕਰਦੇ ਨੇ, ਸੰਗਤ ਕਰਦੇ ਨੇ, ਇਹ ਕਾਮ ਕ੍ਰੋਧ ਉਹਨਾਂ ਨੂੰ ਲੁੱਟੀ ਜਾ ਰਿਹਾ। ਜਗਾਤੀ, ਜਗਾਤ ਹੁੰਦਾ ਟੈਕਸ ਵਜੋਂ ਲੈਣ ਵਾਸਤੇ। ਉਹ ਜਿੰਨੀ ਕੁ ਬਾਣੀ ਪੜ੍ਹੀ, ਜਿੰਨੀ ਕੁ ਸੰਗਤ ਕੀਤੀ, ਉਨੀ ਕੁ ਹੰਕਾਰ ਵਿਖਾਵਾ ਕਰ ਲਿਆ, ਉਹ ਟੈਕਸ ਵਿੱਚ ਲੁੱਟਿਆ ਗਿਆ। ਆਪਾਂ ਦੇਖਦੇ ਨਾ, ਬੰਦਾ ਜਾਂਦਾ ਕੰਮ ਤੇ, ਗਲਤੀ ਕਰ ਗਿਆ, ਪੁਲਿਸ ਵਾਲੇ ਪਿੱਛੇ ਫਲੈਸ਼ਿੰਗ ਲਾ ਲੈਂਦੇ ਨੇ, ਰੋਕ ਲੈਂਦੇ ਨੇ, ਉਹਨੂੰ ਟਿਕਟ ਦੇ ਦਿੰਦੇ ਨੇ, ਉਹਦੀ ਸਾਰੀ ਦਿਹਾੜੀ ਚਲੀ ਗਈ। ਇੱਦਾਂ ਚੰਚਲ ਮਨ, ਨਿੰਦਕ ਮਨ, ਹੰਕਾਰ ਵਿਖਾਵੇ ਵਾਲਾ ਮਨ, ਲੋਭ ਲਾਲਚ ਵਾਲਾ ਮਨ ਜਿੰਨੀ ਕੁ ਧਰਮ ਦੀ ਕਮਾਈ ਕਰਦਾ ਹੈ, ਉਨੀ ਕੁ ਜਗਾਤ ਵਿੱਚ, ਟੈਕਸ ਵਿੱਚ ਲੁੱਟੀ ਜਾ ਰਹੀ ਹੈ। ਉਹਨੂੰ ਸਮਝ ਨਹੀਂ ਆ ਰਹੀ। ਮਨ ਤਰੰਗ ਬਟਵਾਰਾ, ਇਹ ਮਨ ਜਿਹੜਾ ਹੈ ਨਾ, ਇਹ ਬਟਵਾਰਾ ਠੱਗਣ ਵਾਲਾ ਬਣਿਆ ਹੋਇਆ। ਮਨ ਦੀਆਂ ਤਰੰਗਾਂ, ਮਨ ਦੀਆਂ ਲਹਿਰਾਂ, ਮਨ ਵਿੱਚ ਲਹਿਰਾਂ ਉੱਠਦੀਆਂ ਨੇ। ਉਹ ਲਹਿਰਾਂ ਇਹਨੂੰ ਨਿੰਦਾ ਦੇ ਰਸ ਵਿੱਚ ਬਿਠਾ ਦਿੰਦੀਆਂ ਨੇ। ਮਨ ਦੀਆਂ ਲਹਿਰਾਂ ਇਹਨੂੰ ਲੋਭ ਲਾਲਚ ਵਿੱਚ ਪਾ ਦਿੰਦੀਆਂ ਨੇ। ਪੰਜ ਤੱਤ ਮਿਲ ਦਾਨ ਨਿਬੇਰਾ ਹੈ, ਟਾਂਡਾ ਉਤਰਿਓ ਪਾਰਾ। ਕਹਿੰਦੇ ਪੰਜ ਤੱਤਾਂ ਦੇ ਸਰੀਰ ਦੇ ਵਿੱਚ ਇਹਨੇ ਆਪਣੇ ਅੰਦਰ ਵਿਕਾਰਾਂ ਦੇ ਰਸ ਨੂੰ ਭਰ ਲਿਆ। ਇਹ ਪਾਰ ਤਾਂ ਲੱਗ ਸਕਦਾ ਸੀ ਜੇ ਰੱਬੀ ਬਖਸ਼ਿਸ਼, ਰੱਬ ਦੇ ਗੁਣ, ਰੱਬ ਦੇ ਉਪਦੇਸ਼ ਦਾ ਸੌਦਾ ਖਰੀਦਦਾ। ਪਰ ਉਸ ਸੌਦੇ ਤੋਂ ਵਾਂਝਾ ਰਹਿਣ ਕਰਕੇ ਇਹਨੂੰ ਜ਼ਿੰਦਗੀ ਦੁਖੀ ਹੋ ਕੇ, ਰੋਣੇ ਰੋ ਰੋ ਕੇ ਜਿਉ ਰਿਹਾ। ਕਹਿਤ ਕਬੀਰ ਸੁਨੋ ਰੇ ਸੰਤੋ, ਅਬ ਐਸੀ ਬਣਾਈ। ਭਗਤ ਕਬੀਰ ਜੀ ਕਹਿਣ ਲੱਗੇ, ਜਦੋਂ ਰੱਬੀ ਦਾਨ ਮਿਲ ਗਿਆ, ਸਮਝ ਪੈ ਗਈ, ਇਹ ਜਿਹੜਾ ਪੰਜ ਤੱਤਾਂ ਦਾ ਸਰੀਰ ਹੈ, ਪੰਜ ਤੱਤ ਬਿਨ ਦਾਨ ਨਵੇ, ਇਹ ਤਾਂ ਦਾਨ ਵਜੋਂ ਮਿਲਿਆ ਹੋਇਆ, ਇਹਦੀ ਤਾਂ ਬੜੀ ਕੀਮਤ ਹੈ। ਫਿਰ ਉਹ ਵਿਕਾਰਾਂ ਦਾ ਭਾਰ ਲਾ ਦਿੱਤਾ। ਕਦੋਂ? ਜਦੋਂ ਸਮਝ ਪਈ। ਕਹਿਤ ਕਬੀਰ ਸੁਨੋ ਰੇ ਸੰਤੋ, ਅਬ ਐਸੀ ਬਣਾਈ। ਕਹਿੰਦੇ ਹੁਣ ਇੰਦਰ ਐਸੀ ਅਵਸਥਾ ਬਣ ਗਈ, ਘਾਟੀ ਚੜਤ ਬੈਲ ਇੱਕ ਥਾਕਾ, ਚਲੋ ਗੋਨ ਛਿਟਕਾਈ। ਇਹ ਜਿਹੜਾ ਮਨ ਰੂਪੀ ਬਲਦ ਹੈ ਨਾ, ਇਹਨੂੰ ਬੜਾ ਔਖਾ ਲੱਗਿਆ ਰੱਬ ਦੇ ਮਾਰਗ ਤੇ ਤੁਰਨਾ, ਸਬਰ ਸੰਤੋਖ ਵਿੱਚ ਤੁਰਨਾ, ਨਿੰਦਾ ਰਸ ਤੋਂ ਬਚ ਕੇ ਜਿਉਣਾ, ਹੰਕਾਰ ਵਿਖਾਵੇ ਤੋਂ ਪਾਸੇ ਹਟ ਕੇ ਜਿਉਣਾ, ਲੋਭ ਲਾਲਚ ਦੀ ਬਜਾਏ ਸਬਰ ਸੰਤੋਖ ਦੇ ਵਿੱਚ ਆਪਾ ਵਾਰ ਕੇ ਦੂਜਿਆਂ ਲਈ ਜਿਉਣਾ ਬੜਾ ਔਖਾ ਲੱਗਦਾ ਸੀ। ਤਾਂ ਫਿਰ ਇਹਨੇ ਕੀ ਕੀਤਾ, ਉਹ ਜਿਹੜੀ ਛੋਨ, ਗੋਨ, ਉਹ ਤ੍ਰਿਸ਼ਨਾ ਦੀ ਜਿਹੜੀ ਛੱਟ ਸੀ ਨਾ, ਜਿਹਦੇ 'ਚ ਭਰੀ ਤੁਰਿਆ ਜਾਂਦਾ ਸੀ ਸਾਰੇ ਰਸ, ਉਹ ਵਗਾਹ ਮਾਰੀ ਤੇ ਬਲਦ ਭੱਜ ਗਿਆ। ਖੋ ਜਿਹੜਾ ਚੰਚਲ ਮਨ ਸੀ ਭੱਜ ਗਿਆ, ਸਹਿਜ ਵਾਲਾ ਮਨ ਆ ਗਿਆ, ਇਸ ਮਾਰਗ ਤੇ ਤੁਰਨ ਲੱਗ ਪਿਆ। ਗੌੜੀ ਪੰਚਪਦਾ ਅੱਗੇ 50 ਨੰਬਰ ਸ਼ਬਦ ਹੈ। ਗੌੜੀ ਰਾਗ ਦੇ ਵਿੱਚ 5 ਪਦਿਆਂ ਦਾ ਸ਼ਬਦ ਹੈ, ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ। ਪੇਵ ਕੜੈ ਦਿਨ ਚਾਰ ਹੈ, ਸਹੁਰੜੈ ਜਾਣਾ। ਜਦੋਂ ਸਮਝ ਲੱਗ ਗਈ ਨਾ, ਇਹ ਸੰਸਾਰ ਪੇਕੇ ਘਰ ਹੈ, ਅਖੀਰ ਇੱਕ ਦਿਨ ਸਹੁਰੇ ਘਰ ਜਾਣਾ ਹੈ, ਮੌਤ ਆਉਣੀ ਹੈ, ਜੀਵਨ ਦੀ ਕੀਮਤ ਹੈ। ਆ ਜਿਹੜਾ ਵਿਕਾਰਾਂ ਦੇ ਰਸਾਂ ਵਿੱਚ ਪੇਕੇ ਘਰ ਵਿੱਚ ਉਲਝਿਆ ਹੋਇਆ ਹੈ, ਅਸਲੀ ਘਰ ਤਾਂ ਰੱਬ ਦੀ ਭੈ ਭਾਵਨੀ ਵਿੱਚ ਜਿਉਣਾ, ਉਹਦੇ ਗੁਣਾਂ ਵਾਲਾ ਜੀਵਨ ਜਿਉਣਾ। ਜਦੋਂ ਸਮਝ ਲੱਗ ਗਈ ਨਾ, ਤਾਂ ਫਿਰ ਇਸ ਪਾਸੇ ਤੁਰੇਗਾ। ਪਰ ਦੁਨੀਆ ਨੂੰ ਇਸ ਗੱਲ ਦੀ ਸਮਝ ਨਹੀਂ
ਉਹਨਾਂ ਨੂੰ ਆਪਣੀ ਜੀਵਨ ਦੀ ਵੈਲਿਊ ਨਹੀਂ ਪਤਾ। ਉਹ ਨਿੰਦਾ ਚੁਗਲੀ ਦੇ ਰਸ ਵਿੱਚ ਜੀਵਨ ਵਿਅਰਥ ਗਵਾਈ ਜਾ ਰਹੇ ਨੇ, ਲੋਭ ਲਾਲਚ ਵਿੱਚ ਗਵਾਈ ਜਾ ਰਹੇ ਨੇ, ਹੰਕਾਰ ਵਿਖਾਵੇ ਵਿੱਚ ਗਵਾਈ ਜਾ ਰਹੇ ਨੇ। ਅੰਧਾ ਲੋਕ ਨ ਜਾਣਈ, ਮੂਰਖ ਇਹ ਆਣਾ। ਉਹ ਮਨ ਅਣਜਾਣ ਹੈ, ਮੂਰਖ ਹੈ, ਗਿਆਨ ਤੋਂ ਬਿਨਾਂ ਅੰਧਾ ਹੈ, ਸਮਝ ਨਹੀਂ ਉਹਨੂੰ। ਲੋਕ ਲਾਜ ਦੇ ਵਿੱਚ, ਦੁਨੀਆ ਦੇ ਰਸਾਂ ਕਸਾਂ ਵਿੱਚ ਜ਼ਿੰਦਗੀ ਨੂੰ, ਕੀਮਤੀ ਜ਼ਿੰਦਗੀ ਨੂੰ ਗਵਾਈ ਜਾ ਰਿਹਾ। ਕਹੋ ਡੱਡੀਆ ਬੰਦ ਹੈ ਧਨ ਖੜੀ। ਇੱਥੇ ਇੱਕ ਸੀਨ ਪੇਸ਼ ਕੀਤਾ ਹੈ। ਘਰ ਦੇ ਵਿੱਚ ਜਦੋਂ ਕੰਮ ਕੀਤਾ ਜਾਂਦਾ ਹੈ, ਇੱਕ ਅੱਧੀ ਧੋਤੀ ਬੰਨੀ ਜਾਂਦੀ ਉਸ ਵੇਲੇ, ਜਿਹਨੂੰ ਆਪਾਂ ਅੱਜ ਦੇ ਜ਼ਮਾਨੇ 'ਚ ਕਹਿ ਲਓ ਕੰਮ ਕਰਨ ਵੇਲੇ ਬੰਦਾ ਨਾਈਟ ਸ਼ੂਟ ਪਾ ਕੇ ਰੱਖਦਾ ਹੈ। ਇਹ ਜਿਹੜੀ ਮੱਤ ਹੈ, ਉਹ ਅੱਧੀ ਧੋਤੀ ਕਿਹੜੀ ਹੈ? ਦੁਨਿਆਵੀ ਰਸਾਂ ਦੀ, ਦੁਨਿਆਵੀ ਆਦਤਾਂ ਦੀ ਧੋਤੀ ਬੰਨੀ ਖੜੀ ਹੈ। ਜਦ ਕਿ ਜਦੋਂ ਵਿਆਹ ਹੁੰਦਾ ਹੈ, ਉਹ ਤਾਂ ਉਹਨੇ ਤਿਆਰ ਹੋਣਾ ਸੀ। ਇਹ ਰੱਬ ਦੇ ਮਾਰਗ ਤੇ ਤਾਂ ਸੁਰਤ ਨੂੰ ਤਿਆਰ ਹੀ ਨਹੀਂ ਕਰ ਰਿਹਾ। ਨਿੰਦਾ ਚੁਗਲੀ ਦਾ ਰਸ ਅੱਧੀ ਧੋਤੀ ਬੰਨੀ ਬੈਠਾ ਹੈ, ਤਿਆਰ ਹੀ ਨਹੀਂ। ਇਸ ਮਾਰਗ ਤੇ ਤੁਰਨ ਵਾਸਤੇ ਤਾਂ ਛੱਡਣਾ ਪਵੇਗਾ, ਧੜੇਬੰਦੀਆਂ ਦਾ ਰਸ ਛੱਡਣਾ ਪਵੇਗਾ, ਹੰਕਾਰ ਵਿਖਾਵਾ ਲੋਭ ਲਾਲ ਛੱਡਣਾ ਪਵੇਗਾ। ਇਹਦੇ 'ਚ ਖੜਾ ਹੈ। ਪਾਹੂ ਕਰ ਆਏ ਮੁਕਲਾਊ ਆਏ ਰਹਾਓ। ਕਹਿੰਦੇ ਘਰ ਦੇ ਵਿੱਚ ਪ੍ਰਾਹੁਣੇ ਆਏ ਹੋਏ ਨੇ ਮੁਕਲਾਵਾ ਲੈਣ ਵਾਸਤੇ, ਇਹਨੂੰ ਸਮਝ ਹੀ ਨਹੀਂ। ਭਾਵ ਜ਼ਿੰਦਗੀ ਇੰਨੀ ਕੀਮਤੀ ਹੈ, ਰੱਬ ਨਾਲ ਜੁੜਨ ਵਾਸਤੇ ਇਹਨੂੰ ਸੰਦੇਸ਼ ਮਿਲਦੇ ਨੇ, ਸੰਗਤ ਦੇ ਵਿੱਚੋਂ, ਸੇਵਾ ਦੇ ਵਿੱਚੋਂ ਪ੍ਰੇਰਣਾ ਮਿਲਦੀ ਹੈ, ਪਰ ਇਹ ਪ੍ਰੇਰਣਾ ਮੱਤ ਲਈ ਨਹੀਂ ਰਹੀ। ਉਹਦੇ ਵਿੱਚ ਹੀ ਉਲਝੀ ਖੜੀ ਹੈ ਅੱਧੀ ਧੋਤੀ, ਉਹਨਾਂ ਆਦਤਾਂ ਵਿੱਚ ਹੀ ਉਲਝੀ ਹੋਈ ਹੈ। ਓਏ ਜੇ ਦਿਸੈ ਖੂਹੜੀ ਕੌਣ ਲਾਜ ਬਹਾਰੀ। ਖੂਹੜੀ ਸੋਹਣੀ ਜੀ ਖੂਹੀ, ਇਹ ਆਪਣੀ ਛੋਟੀ ਸੋਚ ਦੀ ਖੂਹੀ ਵਿੱਚ ਡੁੱਬਿਆ ਹੋਇਆ। ਇਹਨੇ ਲੱਜ ਕਿਹੜੀ ਪਾਈ ਹੈ? ਰੱਸੀ, ਜਿਹਦੇ ਚੋਂ ਖੂਹ ਦੇ ਵਿੱਚੋਂ ਰੱਸੀ ਦੇ ਨਾਲ ਭਾਂਡਾ ਬੰਨ ਕੇ ਪਾਣੀ ਕੱਢਿਆ ਜਾਂਦਾ। ਲੱਜ ਕਿਹੜੀ ਹੈ? ਦੁਨਿਆਵੀ ਰਸਾਂ ਦੀ। ਲਾਜ ਘੜੀ ਸਿਉ ਟੂਟ ਪੜੀ ਉੱਠ ਚੱਲੀ ਪਨਿਹਾਰੀ। ਇਹ ਕੱਚੀ ਲੱਜ, ਕੱਚੀ ਰੱਸੀ ਟੁੱਟ ਜਾਂਦੀ ਹੈ, ਤੇ ਸੁਭਾਅ ਦਾ ਘੜਾ ਵੀ ਟੁੱਟ ਜਾਂਦਾ ਹੈ। ਉੱਠ ਚੱਲੀ ਪਨਿਹਾਰੀ, ਪਾਣੀ ਤੋਂ ਬਿਨਾਂ ਸਖਣੀ, ਕੋਈ ਨਹੀਂ ਇਸ ਨੂੰ ਪੁੱਛੇਗਾ। ਜੀਵਨ ਵਿਅਰਥ ਕਰਕੇ ਚਲਿਆ ਗਿਆ। ਸਾਹਿਬ ਹੋਏ ਦਇਆਲ ਕਿਰਪਾ ਕਰੇ ਆਪਣਾ ਕਾਰਜ ਸਵਾਰੇ। ਜਦੋਂ ਮਾਲਕ ਦਇਆ ਕਰਦਾ ਹੈ, ਕਿਰਪਾ ਕਰਦਾ ਹੈ, ਤਾਂ ਜੀਵਨ ਨੂੰ ਸਫਲ ਕਰਨ ਦਾ ਕਾਰਜ ਜਿਹੜਾ ਸੰਵਰਿਆ ਜਾਂਦਾ ਹੈ। ਮਾਲਕ ਕਿਰਪਾ ਕਿਵੇਂ ਕਰਦਾ ਹੈ? ਮਾਲਕ ਸਾਡੇ ਤੇ ਬਖਸ਼ਿਸ਼ ਕਿਵੇਂ ਕਰਦਾ ਹੈ? ਸਾਡੇ ਸੁਭਾਅ ਸੋਚ ਨੂੰ ਦੇਖਦਾ ਹੈ। ਜੇ ਉਹਨੂੰ ਸੋਚ ਸੁਭਾਅ ਚੰਗਾ ਲੱਗੇ, ਉਹ ਖੁਸ਼ ਹੁੰਦਾ ਹੈ। ਜਿਹੜੀ ਦਾਤ ਦਿੰਦਾ, ਖੁਸ਼ ਹੋ ਕੇ ਦਿੰਦਾ। ਜਿਹੜੀ ਰੱਬ ਖੁਸ਼ ਹੋ ਕੇ ਦਾਤ ਦਿੰਦਾ, ਉਹਨੂੰ ਦੁਨੀਆ ਗੋਡ ਗਿਫਟ ਕਹਿੰਦੀ ਹੈ। ਉਸ ਨੂੰ ਗੁਰਬਾਣੀ ਅੰਦਰ ਕਰਾਮਾਤ ਕਿਹਾ, ਨਾਨਕ ਸਾ ਕਰਾਮਾਤ ਸਾਹਿਬ ਤੁਠਾ ਜੋ ਮਿਲਿਆ। ਜਿਹੜੇ ਪਰਉਪਕਾਰੀ ਹੁੰਦੇ ਨੇ ਨਾ, ਪਰਉਪਕਾਰ ਦੇ ਮਾਰਗ ਤੇ ਤੁਰਦੇ ਨੇ, ਆਪਾ ਵਾਰ ਕੇ ਤੁਰਦੇ ਨੇ, ਰੱਬ ਖੁਸ਼ ਹੋ ਕੇ ਉਹਨਾਂ ਨੂੰ ਜਜ਼ਬਾ ਦਿੰਦਾ ਹੈ। ਜਿਨ੍ਹਾਂ ਨੂੰ ਸਹਿਜ ਮਿਲਦਾ ਹੈ, ਰੱਬ ਖੁਸ਼ ਹੋ ਕੇ ਦਿੰਦਾ ਹੈ। ਜਿਨ੍ਹਾਂ ਕੋਲ ਨਿਮਰਤਾ ਹੁੰਦੀ ਹੈ, ਰੱਬ ਖੁਸ਼ ਹੋ ਕੇ ਦਿੰਦਾ ਹੈ। ਜਿਨ੍ਹਾਂ ਕੋਲ ਮਿੱਠੇ ਬੋਲ ਹੁੰਦੇ ਨੇ, ਰੱਬ ਖੁਸ਼ ਹੋ ਕੇ ਦਿੰਦਾ ਹੈ, ਤੇ ਜੀਵਨ ਸਫਲ ਕਰਨ ਦਾ ਕਾਰਜ ਸੰਵਾਰ ਦਿੰਦਾ ਹੈ। ਤਾਂ ਸੁਹਾਗਣ ਜਾਣੀਐ ਗੁਰ ਸ਼ਬਦ ਵਿਚਾਰੇ। ਗੁਰ ਸਰੂਪ ਜੋ ਰੱਬੀ ਉਪਦੇਸ਼ ਨੇ, ਗੁਰਬਾਣੀ ਦੇ ਅੰਦਰ ਉਪਦੇਸ਼ ਰੱਬ ਹੈ, ਉਪਦੇਸ਼ ਸ਼ਬਦ ਹੈ, ਤੇ ਉਹ ਸ਼ਬਦ ਹੀ ਗੁਰ ਸਰੂਪ ਹੈ। ਜਦੋਂ ਉਸ ਨੂੰ ਵਿਚਾਰਿਆ, ਭਾਵ ਮੰਨਿਆ, ਤਾਂ ਇਹ ਸੁਹਾਗਣ ਬਣ ਗਈ ਮੱਤ, ਤੇ ਸੁਹਾਗਣ ਮੱਤ ਤੇ ਰੱਬ ਖੁਸ਼ ਹੋ ਗਿਆ। ਕਿਰਤ ਕੀ ਬਾਂਧੀ ਸਭ ਫਿਰੈ ਦੇਖੋ ਵਿਚਾਰੀ। ਮਨ ਦੇ ਅੰਦਰ ਜਿੰਨੇ ਵਿਚਾਰ ਉੱਠਦੇ ਨੇ, ਮਨ ਦੀ ਕਿਰਤ ਹੈ। ਮਨ ਜਿਸ ਭਾਵਨਾ ਨਾਲ ਦੇਖਦਾ, ਜਿਸ ਭਾਵਨਾ ਨਾਲ ਸੁਣਦਾ, ਜਿਸ ਭਾਵਨਾ ਨਾਲ ਬੋਲਦਾ, ਉਹਦੀ ਕਿਰਤ ਹੈ। ਆਪਣਾ ਸਵਾਰਥ ਕੱਢਣ ਵਾਸਤੇ, ਆਪਣਾ ਮਕਸਦ ਪੂਰਾ ਕਰਨ ਵਾਸਤੇ ਕਿਸੇ ਨੂੰ ਮਿੱਠਾ ਮਿੱਠਾ ਬੋਲਦਾ ਹੈ, ਇਹ ਮਨ ਦਾ ਕਰਮ ਹੈ, ਕਿਰਤ ਹੈ ਇਹਦੀ। ਇਹਨੇ ਬੰਨੀ ਹੋਈ ਹੈ ਅੰਦਰ, ਉਹ ਆਦਤਾਂ ਬਣ ਜਾਂਦੀਆਂ ਨੇ। ਜਿਸ ਭਾਵਨਾ ਨਾਲ ਮੱਤ ਸੋਚਦੀ ਹੈ, ਜਿਸ ਭਾਵਨਾ ਨਾਲ ਮੱਤ ਫੈਸਲੇ ਲੈਂਦੀ ਹੈ, ਜਿਸ ਭਾਵਨਾ ਨਾਲ ਮਨ ਵਿੱਚ ਵਿਚਾਰ ਆਉਂਦੇ ਨੇ, ਇਹ ਮਨ ਤੇ ਮੱਤ ਦੀ ਕਿਰਤ ਹੈ। ਉਸ ਤਰ੍ਹਾਂ ਦਾ ਸੁਭਾਅ ਤੇ ਸੋਚ ਬਣ ਜਾਂਦਾ ਹੈ, ਉਹਦੇ ਵਿੱਚ ਬੱਧੀ ਹੋਈ ਹੈ। ਵਿਚਾਰ ਕਰਕੇ ਦੇਖੋ, ਕਹਿਣ ਲੱਗੇ ਕਬੀਰ ਜੀ ਕਹਿੰਦੇ, ਦੇਖੋ ਇਸ ਦੀ ਵਿਚਾਰ ਕਰਕੇ, ਇਸ ਨੂੰ ਕਿਆ ਆਖੀ ਹੈ ਕਿਆ ਕਰੇ ਵਿਚਾਰੀ। ਇਸ ਮੱਤ ਨੂੰ ਕੀ ਕਹੀਏ ਤੇ ਕੀ ਕਰ ਸਕਦੀ ਹੈ, ਕਿਉਂਕਿ ਤਾਂ ਆਪਣੀ ਛੋਟੀ ਸੋਚ ਦੇ ਵਿੱਚ ਤੇ ਛੋਟੇ ਸੁਭਾਅ ਦੇ ਵਿੱਚ ਉਲਝ ਚੁੱਕੀ ਹੈ।
ਭਈ ਨਿਰਾਸੀ ਉੱਠ ਚੱਲੀ ਚਿਤ ਬੰਧ ਨਾ ਧੀਰਾ। ਜਦੋਂ ਇਹਨੂੰ ਪਤਾ ਲੱਗੇ ਨਾ ਕਿ ਦੁਨੀਆ ਦੇ ਰਸਾਂ ਕਸਾਂ ਵਿੱਚ ਉਲਝ ਕੇ ਇਹ ਜੀਵਨ ਵਿਅਰਥ ਜਾ ਰਿਹਾ ਹੈ, ਆਪਣੀ ਜ਼ਿੰਦਗੀ 'ਚ ਕੰਡੇ ਬੀਜੇ ਜਾ ਰਹੇ ਨੇ, ਘਰ ਵਿੱਚ ਖਿਲਾਰੇ ਪੈ ਰਹੇ ਨੇ, ਬੱਚੇ ਦੂਰ ਹੋ ਜਾ ਰਹੇ ਨੇ, ਜਦੋਂ ਇਹਨਾਂ ਤੋਂ ਨਿਰਾਸ਼ ਹੋਈ ਉੱਠ ਚੱਲੀ ਚਿਤ ਬੰਧ ਨਾ ਧੀਰਾ, ਕਿਉਂਕਿ ਹਿਰਦੇ ਨੂੰ ਧੀਰਜ ਨਹੀਂ ਆਇਆ, ਅੰਦਰ ਆਨੰਦ ਰਸ ਨਹੀਂ ਆਇਆ। ਇੱਕੋ ਇੱਕ ਹੱਲ ਹੈ, ਹਰ ਕੀ ਚਰਣੀ ਲਾਗ ਰਹੋ ਭਜ ਸ਼ਰਨ ਕਬੀਰਾ। ਭਗਤ ਕਬੀਰ ਜੀ ਕਹਿੰਦੇ ਰੱਬ ਦੀ ਚਰਣੀ ਲੱਗੋ ਪਿਆਰੇ, ਰੱਬ ਦੇ ਚਰਨ ਰੱਬੀ ਉਪਦੇਸ਼ ਨੇ, ਉਹਨਾਂ ਉਪਦੇਸ਼ਾਂ ਨੂੰ ਮੰਨਣਾ ਤੇ ਪ੍ਰੈਕਟੀਕਲ ਜਿਉਣਾ, ਉਪਦੇਸ਼ਾਂ ਨੂੰ ਜ਼ਿੰਦਗੀ ਵਿੱਚ ਲਾਗੂ ਕਰਨਾ ਤੇ ਰੱਬ ਦੀ ਸ਼ਰਨ ਲੈਣੀ, ਫੁੱਲੀ ਡੈਡੀਕੇਟਡ ਹੋਣਾ, ਫੁੱਲੀ ਸਮਰਪਿਤ ਹੋਣਾ। ਲੋਕ ਜਾਣਾ ਹੈ ਗੀਤ ਹੈ ਇਹ ਤੋਂ ਬ੍ਰਹਮ ਵਿਚਾਰ। ਇਹ ਕੋਈ ਇੱਦਾਂ ਨਹੀਂ ਹੁੰਦਾ ਗੁਰਬਾਣੀ ਕੀਰਤਨ ਵਿੱਚ ਬੈਠੇ ਤਰਜਾਂ ਵਿੱਚ ਝੂਮ ਲੇ, ਸਾਜ਼ ਬੜੇ ਚੰਗੇ ਲੱਗੇ ਪਰ ਇਹ ਪਤਾ ਹੀ ਨਹੀਂ ਲੱਗਿਆ ਗੁਰੂ ਸਾਹਿਬ ਕਹਿ ਕੀ ਰਹੇ ਨੇ। ਇਹ ਤਾਂ ਬ੍ਰਹਮ ਦੀ ਵਿਚਾਰ ਹੈ, ਤਾਂ ਬੜੀ ਕੀਮਤੀ ਵਿਚਾਰ ਹੈ, ਇਸ ਨੂੰ ਜ਼ਿੰਦਗੀ 'ਚ ਜਿਉਣਾ ਹੈ, ਇਹਨੇ ਅੰਦਰ ਸਹਿਜ ਲੈ ਕੇ ਆਉਣਾ ਹੈ। ਜਿਉਂ-ਜਿਉਂ ਉਪਦੇਸ਼ਾਂ ਨੂੰ ਮੰਨਾਂਗੇ ਅੰਦਰ ਨਿਮਰਤਾ ਆਏਗੀ, ਜਿਉਂ-ਜਿਉਂ ਉਪਦੇਸ਼ਾਂ ਨੂੰ ਸੋਚ ਸੁਭਾਅ 'ਤੇ ਲਾਗੂ ਕਰਾਂਗੇ ਅੰਦਰ ਸਬਰ ਸੰਤੋਖ ਆਏਗਾ, ਦੂਜਿਆਂ ਲਈ ਜਿਉਣ ਦਾ ਜਜ਼ਬਾ ਪਰਉਪਕਾਰ ਦੀ ਬਿਰਤੀ ਆਏਗੀ। ਉਹਦੇ ਨਾਲ ਫਿਰ ਘਰ ਧਰਮਸ਼ਾਲਾ ਵਰਗਾ ਬਣੇਗਾ, ਬੱਚੇ ਆਗਿਆਕਾਰੀ ਬਣਨਗੇ। ਸਤਿਗੁਰੂ ਕਿਰਪਾ ਕਰਨ, ਯਤਨ ਕਰੀਏ ਗੁਰਬਾਣੀ ਵਿਚਾਰ ਘਰ ਘਰ ਤੱਕ ਪਹੁੰਚੇ। ਭੁੱਲਾਂ ਚੁੱਕਾਂ ਦੀ ਖਿਮਾ। ਕੱਲ ਨੂੰ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 334 ਦੀ ਵਿਚਾਰ ਲੈ ਕੇ ਤੁਹਾਡੇ ਘਰ ਵਿੱਚ ਤੁਹਾਡੇ ਸਨਮੁਖ ਫਿਰ ਹਾਜ਼ਰ ਹੋਵਾਂਗਾ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਮਨ ਪੀਵੈ ਸੁਣ ਸ਼ਬਦ ਵਿਚਾਰਾ।